ਐਨੀਆਂ ਹੌਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ। ਬੰਸੋ ਦੇ ਹੱਥ ਵਿੱਚ ਕੰਨਾਂ ਦੀਆਂ ਵਾਲੀਆਂ ਫੜੀਆਂ ਸਨ, ਜਿਨ੍ਹਾਂ ਨੂੰ ਉਹ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰਾਣੋ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਬੰਸੋ ਨੂੰ ਪਾਈਆਂ ਸਨ। 2 ਕੁ ਦਿਨਾਂ ਬਾਅਦ ਬੰਸੋ ਰਾਣੋ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ, ਕਦੇ ਉਸਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ, ਪਰ ਰਾਣੋ ਹਮੇਸ਼ਾ ਚੁੱਪ ਕਰ ਜਾਂਦੀ। ਰਾਣੋ ਦੇ ਵਿਆਹ ਨੂੰ ਹਜੇ ਮਸਾਂ 4 ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ-ਗਰੀਬ ਵਿਤਕਰਾ ਉਸਨੂੰ ਦੇਖਣ ਨੂੰ ਮਿਲਿਆ। 4 ਕੁ ਮਹੀਨਿਆਂ ਵਿੱਚ ਉਸਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਕਿ ਸੱਸ-ਨੂੰਹ ਦੇ ਰਿਸ਼ਤੇ ਵਿੱਚ ਇੰਨਾ ਕੁ ਤਾਂ ਸਭ ਪਾਸੇ ਚੱਲਦਾ ਹੈ। ਜੇਕਰ ਪਿੰਡ ਦੀ ਕੋਈ ਕੁੜੀ ਰਾਣੋ ਕੋਲ ਸਿਲਾਈ ਕਢਾਈ ਬੁਣਾਈ ਲਈ ਕੋਈ ਨਮੂਨਾ ਲੈ ਕੇ ਆ ਜਾਂਦੀ, ਤਾਂ ਕਈ ਵਾਰ ਉਸਨੂੰ ਮਹਿਸੂਸ ਹੁੰਦਾ ਕਿ ਉਸਦੀ ਸੱਸ ਨੂੰ ਇਹ ਸਭ ਪਸੰਦ ਨਹੀਂ ਲੱਗਦਾ। ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਰਾਣੋ ਦੀ ਤਾਰੀਫ ਕਰਦੀਆਂ ਸਨ। ਕਈ ਵਾਰ ਉਸਦਾ ਜੀਅ ਕੀਤਾ ਕਿ ਪੁੱਛ ਲਵੇ, ਪਰ ਬੰਸੋ ਰਾਣੋ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਰਾਣੋ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਉਹੋ ਜਿਹੇ ਮਤਲਬ ਕੱਢ ਲੈਂਦੀ, ਰਾਣੋ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ। ਇਸ ਕਰਕੇ ਉਹ ਚੁੱਪ ਰਹਿਣਾ ਹੀ ਠੀਕ ਸਮਝਦੀ। ਜਦੋਂ ਰਾਣੋ ਬੰਸੋ ਦੀ ਕੋਈ ਚੁਭਵੀਂ ਗੱਲ 'ਤੇ ਵੀ ਚੁੱਪ ਰਹਿੰਦੀ, ਤਾਂ ਬੰਸੋ ਨੂੰ ਹੋਰ ਵੀ ਖਿਝ ਚੜ੍ਹਦੀ। ਕਈ ਵਾਰ ਉਹ ਬੁੜਬੁੜਾਉਂਦੀ, ਮਟੌਣ ਜਿਹੀ ਕਿੱਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਸੀ। ਰਾਣੋ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ। ਕਦੇ-ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ। ਕਈ ਵਾਰ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ-ਬੁੱਝ ਕੇ ਕਰਦੀ ਹੋਵੇ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਬੰਸੋ ਨੇ ਰਾਣੋ ਨੂੰ ਗਿੱਚਿਓਂ ਫੜ ਲਿਆ, ਨਾਲ-ਨਾਲ ਬੋਲ ਰਹੀ ਸੀ ਕਿ ਮੈਂ ਖਤਮ ਕਰ ਦੂੰ ਇਸਨੂੰ। ਮੁੰਡੇ ਦੇ ਸਿਰ 'ਚ ਕੁਛ ਪਾ ਕੇ ਵੱਸ ਵਿੱਚ ਕਰ ਲਿਆ। ਰਾਣੋ ਬਹੁਤ ਡਰ ਗਈ ਸੀ। ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ। ਉਸ ਤੋਂ ਬਾਅਦ ਉਸਦੀ ਸੱਸ ਬੰਸੋ ਅੰਦਰ ਜਾ ਕੇ ਮੰਜੇ 'ਤੇ ਡਿੱਗ ਪਈ। ਰਾਣੋ ਡਰਦੀ ਉਸਦੇ ਕੋਲ ਵੀ ਨਾ ਗਈ। ਸ਼ਾਮ ਨੂੰ ਜਦੋਂ ਉਸਦਾ ਸਹੁਰਾ ਜਾਗਰ ਸਿੰਘ ਘਰ ਆਇਆ, ਤਾਂ ਉਸਦੀ ਜਾਨ ਵਿੱਚ ਜਾਨ ਆਈ। ਉਸਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ। ਬਾਪੂ ਜੀ, ਬੇਬੇ ਜੀ ਠੀਕ ਨਹੀਂ ਲੱਗਦੇ, ਕਿਸੇ ਡਾਕਟਰ ਨੂੰ ਦਿਖਾ ਦਿਓ, ਪਤਾ ਨਹੀਂ ਕੀ ਹੋ ਗਿਆ ਸੀ ਅੱਜ। ਪਰ ਬੰਸੋ ਵਿੱਚੋਂ ਹੀ ਆਪਣੀ ਕੋਈ ਗੱਲ ਹੋਰ ਸੁਣਾਉਣ ਲੱਗ ਪਈ। ਰਾਣੋ ਨੂੰ ਮੌਕਾ ਹੀ ਨਾ ਦਿੱਤਾ ਆਪਣੀ ਗੱਲ ਕਹਿਣ ਦਾ। ਉਸਦੇ ਸਹੁਰੇ ਨੇ ਦੂਸਰੇ ਦਿਨ ਰਾਣੋ ਤੋਂ ਸਾਰੀ ਗੱਲ ਸੁਣ ਲਈ। ਖੇਤ ਜਾਣ ਵੇਲੇ ਜਾਗਰ ਸਿੰਘ ਨੇ ਕਿਹਾ, ਰਾਣੋ ਪੁੱਤ, ਤੂੰ ਆਪਣਾ ਧਿਆਨ ਰੱਖੀਂ। 2 ਕੁ ਦਿਨ ਲੰਘੇ। ਬੰਸੋ ਨੇ ਫਿਰ ਰਾਣੋ ਨੂੰ ਗੁੱਤੋਂ ਫੜ ਲਿਆ। ਸਬੱਬ ਨਾਲ ਜਾਗਰ ਉਸ ਟਾਈਮ ਘਰੇ ਹੀ ਆ ਗਿਆ। ਉਸਨੇ ਰਾਣੋ ਨੂੰ ਬੰਸੋ ਦੇ ਹੱਥੋਂ ਛੁਡਾਇਆ ਤੇ ਉਸਨੂੰ ਧੱਕਾ ਦੇ ਕੇ ਮੰਜੇ 'ਤੇ ਸੁੱਟ ਦਿੱਤਾ। ਰਾਣੋ ਡਰ ਨਾਲ ਕੰਬ ਰਹੀ ਸੀ। ਬੰਸੋ ਅਜੇ ਵੀ ਕਚੀਚੀਆਂ ਵੱਟ ਰਹੀ ਸੀ। ਜਾਗਰ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਬੰਸੋ ਦੇ ਮੂੰਹ 'ਤੇ ਮਾਰਿਆ। ਉਸਨੂੰ ਹੋਸ਼ ਜਿਹੀ ਆਈ। ਮੇਰੇ 'ਤੇ ਪਾਣੀ ਕਿਉਂ ਪਾਇਆ? ਤੂੰ ਦੱਸ ਪਹਿਲਾਂ। ਤੂੰ ਕੀ ਜਲੂਸ ਕੱਢਣ ਲੱਗੀ ਸੀ? ਜਾਗਰ ਗੁੱਸੇ ਨਾਲ ਭਰਿਆ ਪਿਆ ਸੀ। ਮੈਨੂੰ ਤਾਂ ਕੁਝ ਵੀ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ। ਪਹਿਲਾਂ ਜਦੋਂ ਬੇਬੇ ਜਿਉਂਦੀ ਸੀ, ਉਦੋਂ ਵੀ ਤੇਰਾ ਇਹੀ ਕੁੱਤਖਾਨਾ ਚੱਲਦਾ ਸੀ। ਮੈਨੂੰ ਲੱਗਦਾ ਮੇਰਾ ਤਵੀਤ ਜੂਠਾ ਹੋ ਗਿਆ। ਗ੍ਰਹਿਣ ਲੱਗਿਆ ਸੀ ਪਿੱਛੇ ਜਿਹੇ, ਕਈ ਦਿਨ ਹੋ ਗਏ। ਉਹ ਉਦਾਸ ਜਿਹੀ ਹੋ ਕੇ ਬੋਲੀ। ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟਾਈਮ ਕੱਢ ਲਿਆਵਾਂ ਸਿਆਣਿਆਂ ਕੋਲ ਜਾਣ ਦਾ। ਰਾਣੋ ਨੇ ਇਹੋ ਜਿਹਾ ਕੁਝ ਕਦੇ ਨਹੀਂ ਦੇਖਿਆ, ਨਾ ਹੀ ਕਦੇ ਸੁਣਿਆ ਸੀ। ਧਾਗੇ ਤੇ ਤਵੀਤ, ਇਹ ਕੀ ਚੱਕਰ ਹੈ? ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਨਹੀਂ ਹੁੰਦੇ। ਫਿਰ ਇਹ ਕੀ? ਉਸਨੂੰ ਬੜਾ ਡਰ ਲੱਗ ਰਿਹਾ ਸੀ। ਉਸਦਾ ਪਤੀ 1.5 ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ ਸੀ। ਜਦੋਂ ਉਸਦਾ ਫੋਨ ਆਉਂਦਾ, ਕਈ ਵਾਰ ਰਾਣੋ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵਾਂ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ, ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ। ਉਸਦਾ ਪਤੀ ਪੜ੍ਹਿਆ ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ 'ਤੇ ਰਹਿੰਦਾ। ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ ਪੁੱਤ ਮਿਹਨਤੀ ਸਨ ਤੇ ਫਜ਼ੂਲ ਖਰਚੀ ਵੀ ਨਹੀਂ ਸੀ ਕਰਦੇ। ਗੁਜ਼ਾਰਾ ਠੀਕ ਚੱਲਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ
ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ ਸੀ। ਪਹਿਲਾਂ ਤਾਂ ਬੰਸੋ ਨੂੰ ਹਫ਼ਤਾ 2 ਹਫ਼ਤੇ ਬਾਅਦ ਹੀ ਕਸਰ ਹੁੰਦੀ, ਪਰ ਹੁਣ ਤੀਜੇ ਕੁ ਦਿਨ ਉਸਨੂੰ ਓਪਰੀ ਹਵਾ ਆ ਦਬੋਚਦੀ। ਸਭ ਤੋਂ ਪਹਿਲਾਂ ਕੰਮ ਉਸਦਾ ਇਹ ਹੁੰਦਾ ਕਿ ਉਹ ਰਾਣੋ ਨੂੰ ਕੋਈ ਨਾ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ, ਭਾਵੇਂ ਸਰੀਰਿਕ ਹੋਵੇ ਜਾਂ ਮਾਨਸਿਕ। ਉਸ ਵਿੱਚ ਅੰਤਾਂ ਦਾ ਜੋਸ਼ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਰਾਣੋ ਦੀ ਮਾਂ ਨੂੰ ਉੱਡਦੀ ਉੱਡਦੀ ਖਬਰ ਮਿਲੀ ਕਿ ਰਾਣੋ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ ਹੈ। ਉਹ ਆਪਣੇ ਪਤੀ ਨਾਲ ਸਲਾਹ ਕਰਕੇ ਰਾਣੋ ਨੂੰ ਮਿਲਣ ਚਲੀ ਗਈ। ਰਾਣੋ ਦੀ ਮਾਂ ਨੇ ਰਾਣੋ ਤੋਂ ਸਾਰੀਆਂ ਗੱਲਾਂ ਪੁੱਛੀਆਂ। ਉਸਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਉਸਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ। ਉਹ ਰਾਣੋ ਕੋਲੋਂ ਇੱਕ ਰਾਤ ਰੁਕ ਗਈ, ਪਰ ਉਸਦੇ ਹੁੰਦਿਆਂ ਰਾਣੋ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਕੁ ਦਿਨ ਬਾਅਦ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਇੱਕ ਦਿਨ ਜਦੋਂ ਰਾਣੋ ਦੀ ਸੱਸ ਪੂਰੇ ਜੋਸ਼ ਵਿੱਚ ਆਈ ਹੋਈ ਸੀ, ਤਾਂ ਰਾਣੋ ਦੀ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ, ਜਿਵੇਂ ਉਸਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ। ਰਾਣੋ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਸਨੇ ਰਾਣੋ ਨੂੰ ਛੁਡਾ ਕੇ ਇੱਕ ਪਾਸੇ ਕੀਤਾ। ਰਾਣੋ ਦੀ ਸੱਸ ਝਾਈਆਂ ਲੈ ਲੈ ਪੈ ਰਹੀ ਸੀ, ਨਾਲ ਹੀ ਭੁੱਸਰੇ ਸਾਣ ਵਾਂਗ ਫਨਕਾਰੇ ਮਾਰ ਰਹੀ ਸੀ। ਸੱਚੀ ਲੋੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿੱਚ। ਉਹ ਇੱਕ ਵਾਰ ਫਿਰ ਰਾਣੋ ਨੂੰ ਆ ਕੇ ਦਬੋਚਣ ਲੱਗੀ। ਕੋਸ਼ਿਸ਼ ਕਰਨ ਤੇ ਰਾਣੋ ਮਾਂ ਬੰਸੋ ਦੇ ਹੱਥੋਂ ਛੁਡਾ ਨਾ ਸਕੀ। ਜਾਗਰ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਹ ਸ਼ਰਮ ਨਾਲ ਮਰਨ ਵਰਗਾ ਹੋਇਆ ਪਿਆ ਸੀ। ਰਾਣੋ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਅਰਦਾਸ ਵਿੱਚ ਕਿਹਾ, ਹੁਣ ਮੈਨੂੰ ਮਾਫ਼ ਕਰ ਦਿਓ ਭਾਜੀ। ਹੁਣ ਮਾਣ ਸਤਿਕਾਰ ਵਾਲੇ ਸਾਰੇ ਬੰਨ ਟੁੱਟਣਗੇ। ਇਹ ਕਹਿ ਕੇ ਉਸਨੇ ਖੂੰਜੇ ਪਈ ਸੋਟੀ ਚੁੱਕ ਕੇ ਰਾਣੋ ਦੀ ਸੱਸ ਦੀਆਂ ਲੱਤਾਂ ਤੇ 2 ਮਾਰੀਆਂ। ਬੰਸੋ ਨੇ ਇੱਕ ਹੱਥ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਰਾਣੋ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਬੰਸੋ ਢਿੱਲੀ ਜਿਹੀ ਪੈ ਗਈ। ਹੁਣ ਵੀ ਰਾਣੋ ਦੀ ਮਾਂ ਫਨਕਾਰ ਰਹੀ ਸੀ। ਉਸਨੇ ਇੱਕ ਵਾਰ ਫਿਰ ਸੋਟੀ ਉਲਾਰੀ, ਪਰ ਰਾਣੋ ਦੇ ਪਿਓ ਨੇ ਸੋਟੀ ਫੜ ਲਈ। ਰਾਣੋ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਬੰਸੋ ਵੱਲ ਗਹਿਰੀ ਨਿਗਾਹ ਨਾਲ ਦੇਖੀ ਜਾ ਰਹੀ ਸੀ। ਮੈਨੂੰ ਲੱਗਦਾ ਹੈ ਰਾਣੋ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ ਸੀ। ਉਸਨੇ ਸੋਟੀ ਪਰੇ ਰੱਖਦਿਆਂ ਜਾਗਰ ਸਿੰਘ ਨੂੰ ਕਿਹਾ। ਜਾਗਰ ਕੁੜਮ ਦੀ ਬਾਂਹ ਫੜੀ ਬੈਠਕ ਵਿੱਚ ਲੈ ਗਿਆ। ਬੰਸੋ ਹੌਲੀ-ਹੌਲੀ ਅੰਦਰ ਜਾ ਕੇ ਮੰਜੇ ਤੇ ਪੈ ਗਈ। ਰਾਣੋ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ। ਉਹ ਪਾਣੀ ਦਾ ਗਿਲਾਸ ਲੈ ਕੇ ਮਾਂ ਕੋਲ ਆਈ, ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ। ਉਹ ਅੰਦਰ ਗਈ, ਪਰ ਉਸ ਦੀ ਸੱਸ ਨੇ ਵਾਰ-ਵਾਰ ਕਹਿਣ ਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ ਤੇ ਰਸੋਈ ਵਿੱਚ ਚਲੀ ਗਈ। ਕੀ ਹਾਲ ਕਰਤਾ ਮੇਰੀ ਜਵਾਕੜੀ ਦਾ, ਚੜੇਲ ਜਿਹੀ ਨੇ। ਉਹ ਅਜੇ ਵੀ ਗੁੱਸੇ ਵਿੱਚ ਬੁੜਬੁੜਾ ਰਹੀ ਸੀ। ਰਾਣੋ ਨੂੰ ਉਸ ਦੀ ਮਾਂ ਨੇ ਪੜ੍ਹਾਇਆ ਤੇ ਨਾਲ-ਨਾਲ ਹਰ ਘਰ ਦਾ ਕੰਮ ਵੀ ਸਿਖਾਇਆ ਸੀ। ਸਿਲਾਈ, ਕਢਾਈ, ਬੁਣਾਈ, ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਉਸ ਦੇ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ। ਛਾਪਾ ਛੱਲਿਆਂ ਦੀ ਮੰਗ ਵੀ ਪੂਰੀਆਂ ਕੀਤੀਆਂ। ਭਾਵੇਂ ਰਾਣੋ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸਨ, ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਣ-ਤਾਣ ਕਰਨਾ ਚਾਹੁੰਦੇ ਹਨ, ਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆਂ ਹੀ ਦੇਣਾ ਪਊ। ਭਾਵੇਂ ਰਾਣੋ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਦੀ ਸੀ, ਬੰਸੋ ਨੇ ਕਦੀ ਵੀ ਉਸ ਦੀ ਤਾਰੀਫ ਨਾ ਕੀਤੀ, ਸਗੋਂ ਕਈ ਵਾਰ ਠੀਕ ਕੰਮ ਵਿੱਚ ਵੀ ਨੁਕਸ ਕੱਢ ਦਿੰਦੀ ਸੀ। ਰਾਣੋ ਦਾ ਸਹੁਰਾ ਬੜਾ ਬੀਬਾ ਬੰਦਾ ਸੀ। ਕਈ ਵਾਰ ਜਦੋਂ ਬੰਸੋ ਇੱਧਰ-ਉੱਧਰ ਗਈ ਹੁੰਦੀ ਤਾਂ ਉਹ ਰਾਣੋ ਨੂੰ ਆਖ ਦਿੰਦਾ, ਧੀਏ, ਇਸ ਦਾ ਸੁਭਾਅ ਹੀ ਇਹੋ ਜਿਹਾ ਹੈ, ਤੂੰ ਦਿਲ ਤੇ ਨਾ ਲਾਇਆ ਕਰ ਇਸ ਦੀਆਂ ਗੱਲਾਂ ਨੂੰ। ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਰਾਣੋ ਇੰਨਾ ਆਖ ਦਿੰਦੀ ਤਾਂ ਜਾਗਰ ਸਿੰਘ ਨੂੰ ਤਸੱਲੀ ਹੋ ਜਾਂਦੀ ਸੀ, ਪਰ ਅੱਜ ਜਾਗਰ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਸੀ ਜੋ ਉਸਦੇ ਘਰੇ ਜਲੂਸ ਨਿਕਲਿਆ। ਇੰਨਾ ਕੁ ਸ਼ੁਕਰ ਸੀ ਕਿ ਉਹਨਾਂ ਦੇ ਘਰ ਪਿੰਡ ਤੋਂ ਥੋੜ੍ਹਾ ਹਟ ਕੇ ਸੀ, ਪਰ ਹੁਣ ਬੰਸੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ। ਰਾਣੋ ਦੀ ਮਾਂ ਵੀ ਅੰਦਰ ਜਾ ਕੇ ਉਸ ਕੋਲ ਮੰਜੇ ਤੇ ਪੈਂਦ ਵੱਲ ਜਾ ਬੈਠੀ। ਬੰਸੋ ਕਹਿਣ ਲੱਗੀ,
ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰੀ ਜਾਨੀ ਆ। ਮੇਤੋਂ ਤਾਂ ਜਾਣੀ ਕੋਈ ਧੱਕੇ ਨਾਲ ਹੀ ਕਰਵਾ ਲੈਂਦਾ ਹੈ ਸਭ ਕੁਝ। ਪਰ ਭੈਣ ਜੀ, ਰਾਣੋ ਨੇ ਕਦੇ ਦੱਸਿਆ ਹੀ ਨਹੀਂ ਤੁਹਾਨੂੰ ਵੀ ਕਸਰ ਹੁੰਦੀ ਹੈ। ਰਾਣੋ ਵੀ ਉਹਨਾਂ ਕੋਲ ਆ ਕੇ ਬੈਠ ਗਈ, ਪਰ ਉਸ ਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਤੇ ਬੰਸੋ ਨੂੰ ਕਹਿਣ ਲੱਗੀ, ਦੇਖੋ ਭੈਣ ਜੀ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਹੈ ਤੇ ਨਾ ਤੁਹਾਨੂੰ। ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ। ਬੰਸੋ ਦਾ ਮੂੰਹ ਅੱਡਿਆ ਦਾ ਅੱਡਿਆ ਹੀ ਰਹਿ ਗਿਆ। ਰਾਣੋ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ, ਫਿਰ ਵੀ ਉਹ ਹੌਲੀ ਆਵਾਜ਼ ਵਿੱਚ ਬੋਲੀ, ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਹੈ, ਆਏ ਗਏ ਦੀ ਇੱਜ਼ਤ ਨਹੀਂ ਕਰਦੀ, ਤਾਂ ਦੱਸੋ ਉਸ ਤੋਂ ਪਾਪ ਕੀ ਹੋ ਗਿਆ ਜਿਹੜਾ ਉਸ ਨੂੰ ਇੰਨਾ ਦੁਖੀ ਕਰਦੇ ਹੋ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ, ਅਸੀਂ ਵੀ ਤੁਹਾਨੂੰ ਅੱਖਾਂ 'ਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ, ਫਿਰ ਨਾ ਅਸੀਂ ਤੁਹਾਡੇ ਕੁਝ ਲੱਗੇ ਤੇ ਨਾ ਤੁਸੀਂ ਸਾਡੇ। ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓਂ ਫੜਨ ਲਈ ਮਜਬੂਰ ਕਰਦੀ ਹੈ, ਮੇਰੀ ਵਾਲੀ ਓਪਰੀ ਹਵਾ ਵਿੱਚ ਵੀ ਬਥੇਰਾ ਜ਼ੋਰ ਹੈ। ਅੱਜ ਤਾਂ ਥੋੜ੍ਹੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊ। ਜੇ ਤੁਹਾਨੂੰ ਇਹ ਲੱਗੂ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ, ਇਹ ਭੁੱਲ ਜਾਓ। ਤੁਸੀਂ ਫੇਰ ਆਖਣਾ ਹੈ ਕਿ ਮੇਰਾ ਕੱਲਾ ਪੁੱਤ ਅੱਡ ਹੋ ਕੇ ਬੈਠ ਗਿਆ। ਬੰਸੋ ਸੁਣ ਕੇ ਸੁੰਨ ਹੋ ਗਈ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ, ਇਹ ਗੱਲ ਆਪਣੇ ਦੋਹਾਂ ਵਿੱਚ ਰਹੇ ਤਾਂ ਚੰਗੀ ਗੱਲ ਹੈ। ਰਾਣੋ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਿਆ, ਫਿਰ ਆਖਿਆ, ਨਾਲੇ ਭੈਣ ਜੀ, ਤੁਸੀਂ ਆਪ ਸਿਆਣੇ ਹੋ, ਧਾਗੇ ਤੇ ਤਵੀਤਾਂ 'ਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ। ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀ ਗੋਗੜਾਂ ਭਰਦੀ ਹੈ। ਬੰਸੋ ਚੁੱਪ ਕਰਕੇ ਸੁਣੀ ਜਾ ਰਹੀ ਸੀ। ਇੰਨੇ ਨੂੰ ਰਾਣੋ ਚਾਹ ਲੈ ਕੇ ਆ ਗਈ। ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਰਾਣੋ ਦੀ ਮਾਂ ਨੇ ਬੰਸੋ ਤੋਂ ਹੱਥ ਜੋੜ ਕੇ ਭੁੱਲ ਚੁੱਕ ਦੀ ਖਿਮਾ ਮੰਗੀ ਤੇ ਕਿਹਾ, ਭੈਣ ਜੀ, ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਸ ਨੂੰ ਯਾਦ ਕਰ ਲੈਣਾ, ਬਸ ਫੇਰ ਨਹੀਂ ਓਪਰੀ ਹਵਾ ਨੇੜੇ ਲੱਗਦੀ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।